ਹੈਲੋ ਸਟੂਡੈਂਟ, ਵੈਲਕਮ ਟੂ ਆਲ ਮਾਈ YouTube ਚੈਨਲ। ਤੋ ਸਟੂਡੈਂਟ, ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਟਰਾਂਸਫਾਰਮਰ ਦੇ ਨਾਲ ਸੰਬੰਧਿਤ ਮਲਟੀਪਲ ਚੋਇਸ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ। ਇੰਪੋਰਟੈਂਟ ਮਲਟੀਪਲ ਚੋਇਸ ਕੁਐਸਚਨ ਇਹ ਜੋ ਅਸਿਸਟੈਂਟ ਲਾਈਨਮੈਨ ਦਾ ਐਗਜ਼ਾਮ ਹੈ ਉਸ ਦੇ ਨਾਲ ਸੰਬੰਧਿਤ ਹੈ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ, ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਤਾਂ ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਜੀ, ਪਹਿਲਾ ਕੁਐਸਚਨ ਹੈ ਜੋ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿ ਟਰਾਂਸਫਾਰਮਰ ਵਧਾ ਘਟਾ ਸਕਦਾ ਹੈ। ਆਪਸ਼ਨ ਇਸਦਾ ਕਿ 2 ਫੇਜ਼ ਸਪਲਾਈ ਨੂੰ ਵਧਾ ਘਟਾ ਸਕਦਾ ਹੈ, 3 ਫੇਜ਼ ਸਪਲਾਈ ਨੂੰ ਵਧਾ ਘਟਾ ਸਕਦਾ ਹੈ, DC ਸਪਲਾਈ ਨੂੰ ਵਧਾ ਘਟਾ ਸਕਦਾ ਹੈ ਜਾਂ AC ਸਪਲਾਈ ਨੂੰ। ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਹੈਗਾ ਜੀ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ ਕਿ ਜਿਹੜਾ ਟਰਾਂਸਫਾਰਮਰ ਹੈ ਉਹ AC ਸਪਲਾਈ ਨੂੰ ਵਧਾ ਅਤੇ ਘਟਾ ਸਕਦਾ ਹੈ। ਦੂਸਰੀ ਗੱਲ, ਅਗਰ ਅਸੀਂ DC ਸਪਲਾਈ ਦੀ ਕਰੀਏ ਤਾਂ DC ਸਪਲਾਈ ਦੇ ਉੱਪਰ ਜਿਹੜਾ ਟਰਾਂਸਫਾਰਮਰ ਹੈ ਉਹ ਕੰਮ ਨਹੀਂ ਕਰਦਾ। ਟਰਾਂਸਫਾਰਮਰ ਹਮੇਸ਼ਾ ਜਿਹੜਾ AC ਸਪਲਾਈ 'ਤੇ ਕੰਮ ਕਰਦਾ ਹੈ। ਇਸ ਕਰਕੇ ਇਸ ਦਾ ਜਿਹੜਾ ਆਨਸਰ ਹੈ ਉਹ ਆ ਜਾਏਗਾ ਕਿ ਜਿਹੜਾ ਟਰਾਂਸਫਾਰਮਰ ਹੈ ਉਹ AC ਸਪਲਾਈ, AC ਯਾਨੀ ਕਿ ਅਲਟਰਨੇਟਿੰਗ ਕਰੰਟ, AC ਆ ਗਿਆ ਸਾਡੇ ਕੋਲ। ਅਲਟਰਨੇਟਿੰਗ ਜਿਹੜਾ ਕਰੰਟ ਹੈ ਉਹਨੂੰ ਵਧਾਉਂਦਾ ਘਟਾਉਂਦਾ, ਜਾਂ ਤੁਸੀਂ ਕਹਿ ਸਕਦੇ ਅਲਟਰਨੇਟਿੰਗ ਜਿਹੜੀ ਸਪਲਾਈ ਹੈ AC ਸਪਲਾਈ ਹੈ ਉਹਨੂੰ ਵਧਾਉਂਦਾ ਅਤੇ ਘਟਾਉਂਦਾ ਹੈ ਟਰਾਂਸਫਾਰਮਰ। ਉਸ ਤੋਂ ਬਾਅਦ ਸੈਕੰਡ ਕੁਐਸਚਨ ਹੈ ਕਿ ਪ੍ਰਾਇਮਰੀ ਵਾਈਂਡਿੰਗ ਕਹਿੰਦੇ ਹਨ। ਪ੍ਰਾਇਮਰੀ ਵਾਈਂਡਿੰਗ ਅਸੀਂ ਕਿਸ ਨੂੰ ਆਖਦੇ ਹਾਂ? ਸਭ ਤੋਂ ਪਹਿਲਾਂ ਕਿ ਇਹ ਸਭ ਤੋਂ ਪਹਿਲਾਂ ਤੁਸੀਂ ਡਾਇਗਰਾਮ ਤੋਂ ਕਲੀਅਰ ਕਰੋ ਕਿ ਇਹ ਸਾਡੇ ਕੋਲ ਟਰਾਂਸਫਾਰਮਰ ਦੀ ਵਾਈਂਡਿੰਗ ਹੈ। ਇਹ ਆ ਗਿਆ ਸਾਡੇ ਕੋਲ ਜਿੱਥੇ ਅਸੀਂ ਸਪਲਾਈ ਕਨੈਕਟ ਕਰਦੇ ਹਾਂ ਉਹਨੂੰ ਅਸੀਂ ਕਹਿ ਦਿੰਦੇ ਹਾਂ ਜੀ ਪ੍ਰਾਇਮਰੀ ਵਾਈਂਡਿੰਗ। ਔਰ ਜਿਸ ਵਾਈਂਡਿੰਗ 'ਤੇ ਅਸੀਂ ਲੋਡ ਕਨੈਕਟ ਕਰ ਦਿੰਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਜੀ ਸੈਕੰਡਰੀ ਵਾਈਂਡਿੰਗ। ਜਿੱਥੇ ਅਸੀਂ ਸਪਲਾਈ AC ਸਪਲਾਈ ਅਪਲਾਈ ਕਰਦੇ ਹਾਂ ਉਹਨੂੰ ਅਸੀਂ ਕਹਿ ਦਿੰਦੇ ਹਾਂ ਜੀ ਪ੍ਰਾਇਮਰੀ ਵਾਈਂਡਿੰਗ। ਔਰ ਜਿੱਥੇ ਅਸੀਂ ਲੋਡ ਕਨੈਕਟ ਕਰਦੇ ਹਾਂ ਉਹਨੂੰ ਅਸੀਂ ਕਹਿ ਦਿੰਦੇ ਹਾਂ ਜੀ ਸੈਕੰਡਰੀ ਵਾਈਂਡਿੰਗ। ਠੀਕ ਹੈ ਜੀ। ਔਰ ਹੁਣ ਅਸੀਂ ਦੇਖ ਲੈਂਦੇ ਹਾਂ ਇਹ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਕਿ ਪ੍ਰਾਇਮਰੀ ਵਾਈਂਡਿੰਗ ਕਹਿੰਦੇ ਹਾਂ ਜਿਸ ਤੋਂ ਸਪਲਾਈ ਜਿਹੜੀ ਹੈ ਲੋਡ ਨੂੰ ਦਿੱਤੀ ਜਾਂਦੀ ਹੈ, ਜਿਸ ਤੋਂ ਸਪਲਾਈ ਕਪੈਸਿਟਰ ਬੈਂਕ ਨੂੰ ਦਿੱਤੀ ਜਾਂਦੀ ਹੈ, ਜਿਸ ਤੋਂ ਮੇਨ ਸਪਲਾਈ ਦਿੱਤੀ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਜੀ ਪ੍ਰਾਇਮਰੀ ਵਾਈਂਡਿੰਗ। ਇਹ ਆ ਜਾਏਗਾ ਇਸ ਦਾ ਆਨਸਰ ਜਿਹੜਾ ਉਹ ਆਪਸ਼ਨ ਥਰਡ ਆ ਜਾਏਗਾ, ਜਿਸ ਤੋਂ ਮੇਨ ਸਪਲਾਈ ਜਿਹੜੀ ਦਿੱਤੀ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪ੍ਰਾਇਮਰੀ ਵਾਈਂਡਿੰਗ। ਔਰ ਇਸ ਤਰ੍ਹਾਂ ਦਾ ਹੀ ਕੁਐਸਚਨ ਆ ਜਾਂਦਾ ਹੈ ਕਿ ਸੈਕੰਡਰੀ ਵਾਈਂਡਿੰਗ ਤੋਂ ਸੈਕੰਡਰੀ ਵਾਈਂਡਿੰਗ ਆ ਜਾਏਗਾ ਜਿਸ ਸਪਲਾਈ ਦੇ ਜਿਹੜਾ ਲੋਡ ਕਨੈਕਟ ਕੀਤਾ ਜਾਂਦਾ ਹੈ, ਜਿਸ ਸਪਲਾਈ ਦੇ ਲੋਡ ਕਨੈਕਟ ਕੀਤਾ ਜਾਂਦਾ ਹੈ ਉਹਨੂੰ ਸੈਕੰਡਰੀ ਵਾਈਂਡਿੰਗ ਕਿਹਾ ਜਾਂਦਾ ਹੈ। ਔਰ ਜਿਸ ਦੇ ਮੇਨ ਸਪਲਾਈ ਕਨੈਕਟ ਕੀਤੀ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਹੈ ਪ੍ਰਾਇਮਰੀ ਵਾਈਂਡਿੰਗ। ਠੀਕ ਹੈ ਜੀ। ਔਰ ਇਸ ਦਾ ਜਿਹੜਾ ਵੋਲਟੇਜ ਨੈਕਸਟ ਕੁਐਸਚਨ ਹੈ ਟਰਾਂਸਫਾਰਮਰ ਦੇ ਵਿੱਚ ਬਰੀਥਰ ਦਾ ਕੰਮ ਕੀ ਹੈ? ਆਪਸ਼ਨ ਪਹਿਲਾ ਜੋ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿ ਇਹ ਤੇਲ ਨੂੰ ਠੰਡਾ ਕਰਦਾ, ਟਰਾਂਸਫਾਰਮਰ ਦੇ ਅੰਦਰ ਪ੍ਰਵੇਸ਼ ਹੁੰਦੀ ਹਵਾ ਵਿੱਚੋਂ ਨਮੀ ਨੂੰ ਸੋਖਦਾ, ਟਰਾਂਸਫਾਰਮਰ ਤੇਲ ਨੂੰ ਸਾਫ਼ ਕਰਦਾ ਹੈ, ਜਾਂ ਆਪਸ਼ਨ ਡੀ ਹੈ ਦੋਨੋਂ A ਅਤੇ B। ਤੋ ਤੁਸੀਂ ਇਸ ਸਕਰੀਨ 'ਤੇ ਦੇਖ ਸਕਦੇ ਹੋ ਕਿ ਜਿਹੜਾ ਬਰੀਥਰ ਹੈ ਇਹ ਸਾਡੇ ਕੋਲ ਟਰਾਂਸਫਾਰਮਰ ਦੀ ਜਿਹੜੀ ਡਾਇਗਰਾਮ ਹੈ ਇਹ ਸਾਡੇ ਕੋਲ ਜੀ ਬਰੀਥਰ ਹੈ। ਔਰ ਇਹ ਹੈ ਸਾਡੇ ਕੋਲ ਜੀ ਆਇਲ ਟੈਂਕ। ਠੀਕ ਹੈ ਜੀ, ਆਇਲ ਟੈਂਕ ਹੈ, ਇਹ ਸਾਡੇ ਕੋਲ ਹੈਗਾ ਬਰੀਥਰ। ਅਤੇ ਬਰੀਥਰ ਕੀ ਕਰਦਾ ਹੈ? ਟਰਾਂਸਫਾਰਮਰ ਦੇ ਅੰਦਰ ਪ੍ਰਵੇਸ਼ ਜਿਹੜੀ ਯਾਨੀ ਕਿ ਅੰਦਰ ਟਰਾਂਸਫਾਰਮਰ ਦੇ ਆਇਲ ਟੈਂਕ ਦੇ ਅੰਦਰ ਜਿਹੜੀ ਹਵਾ ਜਾਂਦੀ ਹੈ ਉਸ ਹਵਾ ਵਿੱਚੋਂ ਜਿਹੜੀ ਹੈ ਨਮੀ ਨੂੰ ਸੋਖਦਾ। ਕਿਉਂਕਿ ਅਗਰ ਟਰਾਂਸਫਾਰਮਰ ਦੇ ਆਇਲ ਟੈਂਕ ਦੇ ਵਿੱਚ ਅਗਰ ਮੋਇਸਚਰ ਵਾਲੀ ਏਅਰ ਜਿਹੜੀ ਹੈ ਪਾਸ ਹੋ ਜਾਂਦੀ ਹੈ ਤਾਂ ਉਹ ਕੀ ਕਰੇਗੀ? ਆਇਲ ਦੀ ਜਿਹੜੀ ਡਾਇਲੈਕਟ੍ਰਿਕ ਸਟਰੈਂਥ ਹੈ ਉਸ ਡਾਇਲੈਕਟ੍ਰਿਕ ਸਟਰੈਂਥ ਜਾਂ ਤੁਸੀਂ ਕਹਿ ਸਕਦੇ ਹੋ ਉਸ ਦੀ ਜਿਹੜੀ ਇਨਸੂਲੇਸ਼ਨ ਹੈ ਉਹਨੂੰ ਘਟਾ ਦਿੰਦੀ ਹੈ। ਔਰ ਉਸ ਇਨਸੂਲੇਸ਼ਨ ਨੂੰ
ਬਰਕਰਾਰ ਰੱਖਣ ਲਈ ਅਸੀਂ ਬਰੀਥਰ ਲਗਾਉਂਦੇ ਹਾਂ, ਔਰ ਬਰੀਥਰ ਦੇ ਵਿੱਚ ਸਿਲਕਾ ਜੈਲ ਪਾਉਂਦੇ ਹਾਂ। ਉਹ ਸਿਲਕਾ ਜੈਲ ਜਿਹੜਾ ਕੀ ਕਰਦਾ ਹੈ, ਜਿੰਨੀ ਵੀ ਹਵਾ ਉਸ ਦੇ ਵਿੱਚੋਂ ਕ੍ਰੋਸ ਹੁੰਦੀ ਹੈ, ਉਸ ਹਵਾ ਦੀ ਜਿਹੜੀ ਨਮੀ ਹੁੰਦੀ ਹੈ, ਉਸ ਦਾ ਜਿਹੜਾ ਮੋਇਸਚਰ ਹੁੰਦਾ ਹੈ, ਉਹਨੂੰ ਸੋਖ ਕੇ ਫਿਰ ਜਿਹੜਾ ਉਹ ਪ੍ਰਵੇਸ਼ ਕਰਵਾਉਂਦਾ ਹੈ। ਅਤੇ ਇਸ ਕਰਕੇ ਜਿਹੜਾ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਆਪਸ਼ਨ ਬੀ ਆ ਗਿਆ ਕਿ ਟਰਾਂਸਫਾਰਮਰ ਦੇ ਅੰਦਰ ਪ੍ਰਵੇਸ਼ ਹੁੰਦੀ ਹਵਾ ਵਿੱਚੋਂ ਨਮੀ ਨੂੰ ਸੋਖਣ ਦਾ ਕੰਮ ਕਰਦਾ ਹੈ ਜੀ ਇਹ ਬਰੀਥਰ। ਔਰ ਬਰੀਥਰ ਦੇ ਵਿੱਚ ਕੀ ਪਾਇਆ ਹੁੰਦਾ ਹੈ, ਸਿਲਕਾ ਜੈਲ। ਬਰੀਥਰ ਵਿੱਚ ਪਾਇਆ ਹੁੰਦਾ ਹੈ ਸਿਲਕਾ ਜੈਲ ਪਾਇਆ ਹੁੰਦਾ ਹੈ, ਔਰ ਜਿਹਨੂੰ ਅਸੀਂ ਕੈਲਸ਼ੀਅਮ ਕਲੋਰਾਈਡ, ਅਗਰ ਉਸਦਾ ਕੈਮੀਕਲੀ ਨਾਮ ਲਿਖਣਾ ਹੋਏ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਕੈਲਸ਼ੀਅਮ ਕਲੋਰਾਈਡ। ਨੈਕਸਟ ਕੁਐਸਚਨ ਹੈ, ਕੁਐਸਚਨ ਨੰਬਰ ਸਾਡੇ ਕੋਲ ਆ ਗਿਆ ਜੀ 4। ਟਰਾਂਸਫਾਰਮਰ ਦੇ ਬਰੀਥਰ ਵਿੱਚ ਕਿਹੜਾ ਪਦਾਰਥ ਨਮੀ ਸੋਖਦਾ ਹੈ? ਤਾਂ ਹੁਣੇ ਅਸੀਂ ਕੁਐਸਚਨ ਉੱਪਰ ਡਿਸਕਸ ਕੀਤਾ ਹੈ। ਇਸ ਦੇ ਆਪਸ਼ਨ ਪਹਿਲਾਂ ਤੁਸੀਂ ਸਕਰੀਨ 'ਤੇ ਦੇਖ ਸਕਦੇ, ਸੋਡੀਅਮ ਕਲੋਰਾਈਡ, ਅਮੋਨੀਅਮ ਕਲੋਰਾਈਡ, ਕੈਲਸ਼ੀਅਮ ਕਲੋਰਾਈਡ, ਉਪਰੋਕਤ ਵਿੱਚੋਂ ਸਾਰੇ। ਅਤੇ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਆਪਸ਼ਨ ਸੀ ਆ ਗਿਆ ਜੀ, ਕੈਲਸ਼ੀਅਮ ਕਲੋਰਾਈਡ, ਜਿਹਨੂੰ ਅਸੀਂ ਸਿਲਿਕਾ ਜੈਲ ਵੀ ਆਖਦੇ ਹਾਂ ਜੀ, ਸਿਲਿਕਾ ਜੈਲ, ਜਿਹੜਾ ਕਿ ਨਮੀ ਨੂੰ ਸੋਖਦਾ ਹੈ, ਜਿਹੜਾ ਕਿ ਨਮੀ ਨੂੰ ਸੋਖਦਾ ਹੈ। ਔਰ ਇਹ ਬਰੀਥਰ ਦੇ ਵਿੱਚ ਜਿਹੜਾ ਕੈਲਸ਼ੀਅਮ ਕਲੋਰਾਈਡ ਯਾਨੀ ਕਿ ਸਿਲਿਕਾ ਜੈਲ ਜਿਹੜਾ ਪਾਇਆ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਟਰਾਂਸਫਾਰਮਰ DC ਵੋਲਟੇਜ ਨੂੰ ਕੀ ਕਰਦਾ ਹੈ? ਟਰਾਂਸਫਾਰਮਰ DC ਵੋਲਟੇਜ ਨੂੰ ਵੱਧ ਕਰਦਾ ਹੈ, ਸਮਾਨ ਵੋਲਟੇਜ 'ਤੇ ਰੂਪਾਂਤਰਿਤ ਕਰਦਾ ਹੈ, ਘੱਟ ਕਰਦਾ ਹੈ, ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਇਸ ਦਾ ਜਿਹੜਾ ਆਨਸਰ ਆਪਸ਼ਨ ਡੀ ਆ ਜਾਏਗਾ ਜੀ, ਇਹਨਾਂ ਵਿੱਚੋਂ ਕੋਈ ਵੀ ਕੰਮ ਨਹੀਂ ਕਰਦਾ ਟਰਾਂਸਫਾਰਮਰ ਜਿਹੜਾ DC ਵੋਲਟੇਜ, ਕਿਉਂਕਿ ਟਰਾਂਸਫਾਰਮਰ ਜਿਹੜਾ DC ਵੋਲਟੇਜ 'ਤੇ ਵਰਕ ਨਹੀਂ ਕਰਦਾ। ਟਰਾਂਸਫਾਰਮਰ ਹਮੇਸ਼ਾ AC ਸਪਲਾਈ 'ਤੇ ਕੰਮ ਕਰਦਾ ਹੈ, ਅਤੇ ਇਸ ਕਰਕੇ ਇਸ ਦਾ ਜਿਹੜਾ ਆਪਸ਼ਨ ਡੀ ਜਿਹੜਾ ਉਹ ਇਸ ਦਾ ਰਾਈਟ ਆਨਸਰ ਆ ਜਾਏਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਜਿਹੜੀ ਟਰਾਂਸਫਾਰਮਰ ਦੀ ਜਿਹੜੀ ਕੋਰ ਦਾ ਜਿਹੜਾ ਪਦਾਰਥ ਹੈ ਉਹ ਕਿਸ ਦਾ ਬਣਿਆ ਹੁੰਦਾ ਹੈ? ਤਾਂ ਪਹਿਲਾ ਆਪਸ਼ਨ ਹੈ ਜੀ ਸਿਲੀਕੋਨ, ਉਸ ਤੋਂ ਬਾਅਦ ਸਿਲੀਕੋਨ, ਸਟੀਲ, ਐਲੂਮੀਨੀਅਮ ਅਤੇ ਕੋਬਾਲਟ। ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਆਨਸਰ ਆ ਗਿਆ ਜੀ ਸਿਲੀਕੋਨ ਸਟੀਲ। ਸਿਲੀਕੋਨ ਸਟੀਲ ਮਟੀਰੀਅਲ ਤੁਸੀਂ ਦੇਖ ਸਕਦੇ ਹੋ, ਇਹ ਜਿਹੜੀ ਹੈ ਸਿਲੀਕੋਨ ਸਟੀਲ ਮਟੀਰੀਅਲ ਦੀ ਕੋਰ ਹੈ, ਔਰ ਜਿਹਨੂੰ ਲੈਮੀਨੇਟਡ ਕੀਤਾ ਗਿਆ। ਇਹ ਲੈਮੀਨੇਟਡ ਜਿਹੜੀ ਕੋਰ ਹੈ, ਔਰ ਲੈਮੀਨੇਟਡ ਕਰਨ ਦੇ ਨਾਲ ਕੀ ਹੁੰਦਾ ਹੈ, ਇਸ ਦਾ ਜਿਹੜਾ ਐਡੀ ਕਰੰਟ ਲਾਸ ਹੈ ਉਸ ਨੂੰ ਰਿਡਿਊਸ ਕੀਤਾ ਜਾਂਦਾ ਹੈ ਲੈਮੀਨੇਟ ਨਾਲ। ਤਾਂ ਇਸ ਦੇ ਵਿੱਚ ਜਿਹੜੀ ਕੋਰ ਹੈ ਉਹ ਆ ਜਾਏਗੀ ਸਿਲੀਕੋਨ ਸਟੀਲ ਮਟੀਰੀਅਲ, ਜਿਹੜਾ ਸਿਲੀਕੋਨ ਸਟੀਲ ਮਟੀਰੀਅਲ ਜਿਹੜਾ ਯੂਜ਼ ਕੀਤਾ ਜਾਂਦਾ ਹੈ ਟਰਾਂਸਫਾਰਮਰ ਦੀ ਕੋਰ ਦੇ ਲਈ। ਨੈਕਸਟ ਕੁਐਸਚਨ ਹੈ ਟਰਾਂਸਫਾਰਮਰ ਦੀ ਜਿਹੜੀ ਸਮਰੱਥਾ ਹੈ ਉਹ ਕਿੰਨੀ ਹੁੰਦੀ ਹੈ? 10% ਹੁੰਦੀ ਹੈ, 90 ਤੋਂ 98% ਹੁੰਦੀ ਹੈ, 10% ਹੁੰਦੀ ਹੈ, ਅਤੇ 50% ਹੁੰਦੀ ਹੈ। ਅਤੇ ਇਸ ਦਾ ਜਿਹੜਾ ਰਾਈਟ ਆਨਸਰ ਹੈ ਜੀ ਉਹ ਆ ਜਾਏਗਾ ਜੀ 90 ਤੋਂ ਲੈ ਕੇ 98% ਜਿਹੜੀ ਟਰਾਂਸਫਾਰਮਰ ਦੀ ਐਫੀਸ਼ੀਐਂਸੀ ਹੁੰਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਜੀ ਸਮਰੱਥਾ। ਕਿਉਂਕਿ ਟਰਾਂਸਫਾਰਮਰ ਇੱਕ ਐਸਾ ਸਟੈਟਿਕ ਡਿਵਾਈਸ ਹੈ ਜਿਸ ਦੇ ਵਿੱਚ ਕੋਈ ਵੀ ਰੋਟੇਟਿੰਗ ਪਾਰਟ ਨਹੀਂ ਹੁੰਦਾ, ਇਸ ਦੇ ਵਿੱਚ ਕੋਈ ਵੀ ਘੁੰਮਣ ਵਾਲਾ ਪਾਰਟ ਨਹੀਂ ਹੁੰਦਾ। ਇਹਨੂੰ ਅਸੀਂ ਸਟੈਟਿਕ ਡਿਵਾਈਸ ਇਸ ਲਈ ਕਹਿੰਦੇ ਹਾਂ। ਉਹ ਸਟੈਟਿਕ ਡਿਵਾਈਸ ਹੋਣ ਦੇ ਕਾਰਨ ਇਸ ਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਮੈਕਸੀਮਮ ਐਫੀਸ਼ੀਐਂਸੀ ਜਿਹੜੀ ਹੈ ਇਹ ਮਸ਼ੀਨ ਸਾਨੂੰ ਦਿੰਦੀ ਹੈ। ਉਹ ਇਸ ਦੀ ਜਿਹੜੀ ਐਫੀਸ਼ੀਐਂਸੀ ਹੈ 90 ਤੋਂ ਲੈ ਕੇ 98% ਤੱਕ ਜਿਹੜੀ ਇਹ ਟਰਾਂਸਫਾਰਮਰ ਹੈ ਇਹ ਸਾਨੂੰ ਐਫੀਸ਼ੀਐਂਸੀ ਦਿੰਦਾ ਹੈ। ਇਹਦੀ ਜਿਹੜੀ ਸਮਰੱਥਾ ਜਿਹਨੂੰ ਅਸੀਂ ਕਹਿੰਦੇ ਨੇ ਜੀ ਐਫੀਸ਼ੀਐਂਸੀ। ਤਾਂ ਆਪਸ਼ਨ ਬੀ 90 ਤੋਂ ਲੈ ਕੇ 98%। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ, ਕੁਐਸਚਨ ਨੰਬਰ 8 ਹੈ ਕਿ ਟਰਾਂਸਫਾਰਮਰ ਕੋਰ ਜਿਹੜੀ ਹੈ ਲੈਮੀਨੇਟ ਕਰਨ ਦਾ ਉਦੇਸ਼ ਕੀ ਹੈ? ਹੁਣੇ ਅਸੀਂ ਪਿੱਛੇ ਡਿਸਕਸ ਕੀਤਾ ਕਿ ਜਿਹੜੀ ਟਰਾਂਸਫਾਰਮਰ ਦੀ ਕੋਰ ਹੁੰਦੀ ਹੈ ਉਹ ਲੈਮੀਨੇਟ ਕੀਤੀ ਦੀ ਹੁੰਦੀ ਹੈ। ਹੁਣ ਲੈਮੀਨੇਟ ਕਿਉਂ ਕੀਤੀ ਹੁੰਦੀ ਹੈ? ਪਹਿਲਾ ਆਪਸ਼ਨ ਹੈ ਕਿ ਇਹ ਵੱਧ ਵੋਲਟੇਜ ਉਤਪੰਨ ਕਰਨ ਦੇ ਲਈ, ਲੋਹ ਹਾਨੀਆਂ ਨੂੰ ਘੱਟ ਕਰਨ ਦੇ ਲਈ, ਕਾਪਰ ਹਾਨੀਆਂ ਨੂੰ ਘੱਟ ਕਰਨ ਦੇ ਲਈ, ਜਾਂ ਫਰੀਕੁਐਂਸੀ ਦੇ ਵਿੱਚ ਪਰਿਵਰਤਨ ਕਰਨ ਦੇ ਲਈ। ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਆਪਸ਼ਨ ਸੈਕਿੰਡ ਆ ਜਾਣਾ ਜੀ, ਲੋਹ
ਹਾਨੀਆਂ, ਲੋ ਹਾਨੀਆਂ ਘੱਟ ਕਰਨ ਦੇ ਲਈ, ਜਿਹਨੂੰ ਅਸੀਂ ਕਹਿੰਦੇ ਹਾਂ ਜੀ ਆਇਰਨ ਲੋਸ, ਜਿਹਨੂੰ ਅਸੀਂ ਕਹਿੰਦੇ ਹਾਂ ਜੀ ਆਇਰਨ ਲੋਸ ਨੂੰ ਘਟਾਉਣ ਦੇ ਲਈ, ਆਇਰਨ ਲੋਸਿਸ ਨੂੰ ਘਟਾਉਣ ਦੇ ਲਈ ਜਿਹੜੀ ਅਸੀਂ ਕੋਰ ਹੈ ਇਹਨੂੰ ਅਸੀਂ ਲੈਮੀਨੇਟ ਕਰਦੇ ਹਾਂ। ਇਹਨੂੰ ਅਸੀਂ ਕੀ ਕਰਦੇ ਹਾਂ? ਲੈਮੀਨੇਟ ਕਰਦੇ ਹਾਂ, ਜਿਸ ਦੇ ਨਾਲ ਜਿਹੜੇ ਆਇਰਨ ਲੋਸ ਜਿਹੜੇ ਆ ਉਹ ਘਟ ਜਾਂਦੇ ਆ। ਤਾਂ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਆ ਜਾਏਗਾ। ਉਸ ਤੋਂ ਬਾਅਦ ਵੈਰੀ ਇੰਪੋਰਟੈਂਟ ਕੁਐਸਚਨ ਹੈ, ਜਿਸ ਦੇ ਵਿੱਚ ਪੁੱਛਿਆ ਕਿ ਟਰਾਂਸਫਾਰਮਰ ਵਿੱਚ ਉੱਚਤਮ ਸਮਰੱਥਾ ਲਈ ਸ਼ਰਤ, ਕਿ ਟਰਾਂਸਫਾਰਮਰ ਦੀ ਜਿਹੜੀ ਮੈਕਸੀਮਮ ਐਫੀਸ਼ੀਐਂਸੀ ਹੈ ਉਹ ਕਿਸ ਕੇਸ ਦੇ ਵਿੱਚ ਹੁੰਦੀ ਹੈ, ਕਿਹੜੀ ਕੰਡੀਸ਼ਨ ਹੁੰਦੀ ਹੈ ਜਿਸ ਦੇ ਵਿੱਚ ਟਰਾਂਸਫਾਰਮਰ ਸਾਨੂੰ ਮੈਕਸੀਮਮ ਐਫੀਸ਼ੀਐਂਸੀ ਦਿੰਦਾ ਹੈ। ਆਪਸ਼ਨ ਹੈ ਕਿ ਕੋਰ ਹਾਨੀਆਂ ਅਤੇ ਹਿਸਟੀਰਸਿਸ ਹਾਨੀਆਂ ਇੱਕੋ ਬਰਾਬਰ ਹੋਣ, ਜਾਂ ਹਿਸਟੀਰਸਿਸ ਹਾਨੀਆਂ ਅਤੇ ਐਡੀ ਕਰੰਟ ਬਰਾਬਰ ਹੋਏ, ਜਾਂ ਕਾਪਰ ਲੋਸ ਅਤੇ ਆਇਰਨ ਲੋਸ ਬਰਾਬਰ ਹੋਏ, ਜਾਂ ਟੋਟਲ ਲੋਸ ਦਾ 1/2 ਕਾਪਰ ਲੋਸ ਹੋਏ। ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੈ ਉਹ ਆਪਸ਼ਨ ਸੀ ਆ ਜਾਣਾ ਜੀ, ਕਾਪਰ ਲੋਸ ਅਤੇ ਆਇਰਨ ਲੋਸ। ਜਦੋਂ ਕਾਪਰ ਲੋਸ ਅਤੇ ਆਇਰਨ ਲੋਸ ਬਰਾਬਰ ਹੁੰਦੇ ਆ ਉਸ ਵੇਲੇ ਜਿਹੜੀ ਟਰਾਂਸਫਾਰਮਰ ਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਮੈਕਸੀਮਮ ਹੁੰਦੀ ਹੈ ਜੀ। ਟਰਾਂਸਫਾਰਮਰ ਦੀ ਐਫੀਸ਼ੀਐਂਸੀ ਮੈਕਸੀਮਮ ਲੈਣ ਦੇ ਲਈ ਉਸ ਵਿੱਚ ਕਾਪਰ ਲੋਸ ਅਤੇ ਆਇਰਨ ਲੋਸ ਜਿਹੜੇ ਆ ਉਹ ਇਕੁਅਲ ਕੰਡੀਸ਼ਨ ਦੇ ਵਿੱਚ ਹੋਣੇ ਚਾਹੀਦੇ, ਯਾਨੀ ਕਿ ਬਰਾਬਰ ਹੋਣੇ ਚਾਹੀਦੇ ਹੈ। ਅਤੇ ਫਿਰ ਜਿਹੜੀ ਟਰਾਂਸਫਾਰਮਰ ਦੀ ਜਿਹੜੀ ਸਮਰੱਥਾ ਹੈ ਉਸ ਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਮੈਕਸੀਮਮ ਹੋਏਗੀ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ, ਕੁਐਸਚਨ ਨੰਬਰ 10 ਹੈ, ਜਿਸ ਦੇ ਵਿੱਚ ਹੈ ਕਿ ਇੱਕ ਸਟੈਪ ਅਪ ਟਰਾਂਸਫਾਰਮਰ ਘੱਟ ਕਰਦਾ ਹੈ। ਸਟੈਪ ਅਪ ਟਰਾਂਸਫਾਰਮਰ ਘੱਟ ਕਰਦਾ ਹੈ, ਕੀ ਘੱਟ ਕਰਦਾ ਹੈ? ਦੇਖੋ ਜੀ, ਸਟੈਪ ਅਪ ਟਰਾਂਸਫਾਰਮਰ, ਸਟੈਪ ਅਪ ਟਰਾਂਸਫਾਰਮਰ ਦੇਖੋ ਅਸੀਂ ਇਹ ਜਿਹੜੀ ਵੋਲਟੇਜ ਹੈ V1 ਲੈ ਲੈਂਦੇ ਹਾਂ ਪ੍ਰਾਇਮਰੀ ਸਾਈਡ, ਇੱਥੇ ਅਸੀਂ ਸਪਲਾਈ ਕਨੈਕਟ ਕਰ ਦਿੰਦੇ ਹਾਂ, ਔਰ ਇਹ ਜਿਹੜੀ ਵਾਈਂਡਿੰਗ ਹੈ ਅਸੀਂ ਸੈਕੰਡਰੀ ਸਾਈਡ ਵੋਲਟੇਜ ਲੈ ਲੈਂਦੇ ਹਾਂ V2, ਔਰ ਇਸ ਦੇ ਕ੍ਰੋਸ ਅਸੀਂ ਲਗਾ ਦਿੰਦੇ ਹਾਂ ਜੀ ਲੋਡ। ਹੁਣ ਸਟੈਪ ਅਪ ਦੇ ਵਿੱਚ ਕੀ ਹੋਣਾ ਹੈ ਕਿ ਸਟੈਪ ਅਪ ਦੇ ਵਿੱਚ ਯਾਨੀ ਕਿ ਜਿਹੜੀ ਸੈਕੰਡਰੀ ਸਾਈਡ ਵੋਲਟੇਜ ਹੈ ਉਹ ਜ਼ਿਆਦਾ ਹੋਣੀ ਹੈ, ਯਾਨੀ ਕਿ ਇੱਥੇ ਤੁਸੀਂ ਲਿਖ ਸਕਦੇ ਹੋ V1 ਜਿਹੜਾ ਉਹ ਗ੍ਰੇਟਰ ਦੈਨ ਹੋਏਗਾ V2 ਤੋਂ। ਜਦੋਂ ਸੈਕੰਡਰੀ ਸਾਈਡ ਦੀ ਸਾਡੇ ਕੋਲ ਵੋਲਟੇਜ ਜ਼ਿਆਦਾ ਹੋਏਗੀ ਉਹਨੂੰ ਅਸੀਂ ਕਹਿ ਦਿੰਦੇ ਹਾਂ ਜੀ ਸਟੈਪ ਅਪ, ਔਰ ਜਦੋਂ ਸਟੈਪ ਅਪ ਦੇ ਵਿੱਚ ਵੋਲਟੇਜ ਜ਼ਿਆਦਾ ਹੋਏਗੀ ਅਤੇ ਉਸ ਕੇਸ ਦੇ ਵਿੱਚ ਘੱਟ ਕੀ ਹੋਏਗਾ? ਉਸ ਕੇਸ ਦੇ ਵਿੱਚ ਘੱਟ ਕੀ ਹੋਏਗਾ ਜੀ? ਕਰੰਟ। ਉਸ ਕੇਸ ਦੇ ਵਿੱਚ ਘੱਟ ਕੀ ਹੋਏਗਾ ਜੀ? ਕਰੰਟ। ਦੇਖੋ ਜਿਹੜੇ ਟਰਾਂਸਫਾਰਮਰ ਹੈ, ਟਰਾਂਸਫਾਰਮਰ ਜਿਹੜਾ ਵੋਲਟੇਜ ਨੂੰ ਸਟੈਪ ਅਪ ਅਤੇ ਸਟੈਪ ਡਾਊਨ ਕਰਦਾ ਹੈ, ਔਰ ਅਗਰ ਵੋਲਟੇਜ ਜ਼ਿਆਦਾ ਹੈ ਤਾਂ ਉਸ ਦੇ ਵਿੱਚ ਕਰੰਟ ਘੱਟ ਹੋ ਜਾਏਗਾ, ਅਗਰ ਕਰੰਟ ਘੱਟ ਹੈ ਤਾਂ ਵੋਲਟੇਜ ਜ਼ਿਆਦਾ ਹੋਏਗੀ। ਮੀਨਸ ਜਿਹੜਾ ਟਰਾਂਸਫਾਰਮਰ ਹੈ ਉਹ ਉਸ ਦੇ ਵਿੱਚ ਜਿਹੜੀ ਪਾਵਰ ਹੈ ਉਹ ਕੌਂਸਟੈਂਟ ਰਹਿੰਦੀ ਹੈ। ਟਰਾਂਸਫਾਰਮਰ ਦੇ ਵਿੱਚ ਜਿਹੜੀ ਪਾਵਰ ਹੈ ਪਾਵਰ ਕੀ ਹੁੰਦੀ ਹੈ? ਪਾਵਰ ਹੁੰਦੀ ਹੈ V/I। V/I ਮੀਨਸ ਵੋਲਟੇਜ ਇਨਟੂ ਕਰੰਟ, ਵੋਲਟੇਜ ਇਨਟੂ ਕਰੰਟ, ਠੀਕ ਹੈ ਜੀ। ਤਾਂ ਮੰਨ ਲਓ ਸਾਡੇ ਕੋਲ ਜਿਹੜੀ ਵੋਲਟੇਜ ਹੈ, ਵੋਲਟੇਜ ਅਗਰ 10 ਵੋਲਟ ਹੈ ਤਾਂ ਕਰੰਟ ਜਿਹੜਾ 2 ਐਂਪੀਅਰ ਹੈ, ਤਾਂ ਸਾਡੇ ਕੋਲ ਜਿਹੜੀ ਪਾਵਰ ਹੈ, ਪਾਵਰ ਕਿੰਨੀ ਆ ਗਈ? ਸਾਡੇ ਕੋਲ ਪਾਵਰ ਜਿਹੜੀ ਹੈ ਉਹ ਪਾਵਰ ਆ ਗਈ V/I, ਅਤੇ ਇਹ ਆ ਜਾਏਗਾ ਸਾਡੇ ਕੋਲ 10 × 2, ਇਹ ਕਿੰਨਾ ਆ ਗਿਆ ਜੀ? 20। ਹੁਣ ਅਗਰ ਇਸ ਕੇਸ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਕੋਲ ਟਰਾਂਸਫਾਰਮਰ ਹੈ, ਇੱਥੇ ਅਸੀਂ ਵੋਲਟੇਜ ਦਿੱਤੀ 10 ਵੋਲਟ ਅਤੇ ਕਰੰਟ ਕਿੰਨਾ ਆ ਗਿਆ? 2 ਐਂਪੀਅਰ। ਹੁਣ ਸੈਕੰਡਰੀ ਸਾਈਡ ਵਿੱਚ ਅਗਰ ਸਾਡੇ ਕੋਲ ਵੋਲਟੇਜ ਜਿਹੜੀ ਹੈ ਉਹ ਆ ਗਈ ਸਾਡੇ ਕੋਲ 2 ਵੋਲਟ, ਅਤੇ ਇਸ ਦੇ ਵਿੱਚ ਜਿਹੜਾ ਕਰੰਟ ਹੈ ਉਹ ਕਰੰਟ ਕਿੰਨਾ ਆ ਜਾਏਗਾ ਜੀ? 10 ਐਂਪੀਅਰ। ਕਰੰਟ ਕਿੰਨਾ ਆ ਜਾਏਗਾ? 10 ਐਂਪੀਅਰ। ਮੀਨਸ ਕਿ ਜਿਹੜਾ ਟਰਾਂਸਫਾਰਮਰ ਹੈ ਇਸ ਦੇ ਵਿੱਚ ਜਿਹੜੀ ਪਾਵਰ ਕੌਂਸਟੈਂਟ ਰਹਿੰਦੀ ਹੈ, ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਟਰਾਂਸਫਾਰਮਰ ਦੇ ਵਿੱਚ ਜਿਹੜੀ ਪਾਵਰ ਹੈ ਉਹ ਉਸ ਦੀ ਵੈਲਿਊ ਜਿਹੜੀ ਕੌਂਸਟੈਂਟ ਰਹਿੰਦੀ ਹੈ। ਔਰ ਨੰਬਰ 2 ਜਿਹੜੀ ਫਰੀਕੁਐਂਸੀ ਹੈ, ਫਰੀਕੁਐਂਸੀ ਨੂੰ ਵੀ ਟਰਾਂਸਫਾਰਮਰ ਜਿਹੜਾ ਚੇਂਜ ਨਹੀਂ ਕਰਦਾ,
ना ट्रांसफार्मर जिहड़ा पावर नूं चेंज करता है और ना ही ट्रांसफार्मर फ्रीकुएंसी नूं चेंज करता है। ये दोनों चीज़ां जिहड़ियां ट्रांसफार्मर दे विच कॉन्सटेंट होंदियां, जिन्हां दी वैल्यू जिहड़ी है वो बदलती नहीं है। तो इस करके अगर स्टैप अप ट्रांसफार्मर दे विच वोल्टेज ज़्यादा हो जाएगी तो उस दे विच की हो जाएगा, करंट जिहड़ा वो घट जाएगा। अगर स्टैप डाउन ट्रांसफार्मर है तो उस दे विच वोल्टेज जिहड़ी है घट होएगी तो उस दे विच जिहड़ा करंट है वो वध जाएगा। इस कंसैप्ट दे नाल असीं ये क्वेश्चन जिहड़ा कर सकते हैं। उस तो बाद आ गया साडे कोल जी नैक्सट क्वेश्चन, क्वेश्चन नंबर 11, जिस दे विच है कि ट्रांसफार्मर विच किहड़े लॉस जिहड़े आ स्थिर रहिंदे हां, जिन्हों असीं कहने आ जी कॉन्सटेंट लॉस, स्थिर कॉन्सटेंट लॉस। तो एक साडे कोल हुंदा जी वेरीएबल लॉस, वेरीएबल लॉस जिहड़े कि बदलते रहंदे आ। हुण इस दे विच क्वेश्चन है कि ट्रांसफार्मर में किहड़े लॉस जिहड़े है स्थिर रहिंदे है, यानी कि कॉन्सटेंट रहिंदे आ। ते इसदा आंसर आ जाएगा जी आयरन लॉस। आयरन लॉस नूं असीं कह दिंदे आ कॉन्सटेंट लॉस। और उस तो बाद आ गया कॉपर लॉस। कॉपर लॉस हो गया जिन्हों असीं कहने आ वेरीएबल लॉसिस। ये जिहड़ी लॉस है ये ट्रांसफार्मर दे लोड दे उपर डिपेंड करते हैं। जिस तरह का असीं लोड लगांगे उस हिसाब के लॉसिस जिहड़े हुंदे आ, और ये जिहड़े लॉसिस है डिपेंड करते हैं लोड के उपर। तो इस करके इनू असीं वेरीएबल लॉसिस कहने हैं, क्योंकि ये लॉसिस जिहड़े आ चेंज होंदे रहंदे आ अकॉर्डिंग टू लोड, कि असीं किस तरह का लोड यूज़ किया है, कितना लोड यूज़ किया है, उस हिसाब दे नाल कॉपर लॉस जिहड़े आ इनक्रीज डिक्रीज होंदे रहंदे आ। लेकिन जिहड़ा आयरन लॉस हुंदा है ये कॉन्सटेंट लॉसिस होंदे आ। ट्रांसफार्मर के उपर लोड होवे चाहे ना होवे, चाहे मैक्सिमम लोड होए चाहे मिनीमम लोड होए, लेकिन जिहड़े आयरन लॉस है ये होने ही होने हैं। इस करके इनू असीं कहने आ स्थिर लॉस यानी कि कॉन्सटेंट लॉस, और दूसरे नू कहने असीं कॉपर लॉस। और अगर असीं ट्रांसफार्मर की मैक्सिमम एफिशिएंसी देखनी है तो उस केस विच साडे कोल आयरन लॉस ते कॉपर लॉस जिहड़े आ वो बराबर आने चाहिए। उस तो बाद नैक्सट क्वेश्चन है क्वेश्चन नंबर 12, जिस दे विच दस्सिआ कि इन्हां विचों किहड़ा ट्रांसफार्मर का जिहड़ा आकार है वो छोटा होएगा। तो ऑप्शन तुसीं देख सकते हो पहला स्क्रीन दे, जिस दे विच पहला ऑप्शन है 5 kV है। सारे जो ट्रांसफर 5 kV है दे, जिहदे विच फ्रीकुएंसी है 60 हर्ट्स, फिर 50 हर्ट्स, 100 हर्ट्स ते 50 हर्ट्स। तो इसका जिहड़ा राइट आंसर है वो आ जाएगा जी ऑप्शन सी, 5 kV आ 100 हर्ट्स। ਜਦੋਂ फ्रीकुएंसी ਜਿਹੜੀ ਹੈ ਵੱਧ ਜਾਂਦੀ ਹੈ ਤਾਂ ਉਸ ਕੇਸ ਦੇ ਵਿੱਚ ਜਿਹੜਾ ਟਰਾਂਸਫਾਰਮਰ ਦਾ ਜਿਹੜਾ ਸਾਈਜ਼ ਹੈ ਉਹ ਛੋਟਾ ਹੋ ਜਾਂਦਾ ਹੈ। ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਜਿਹੜਾ ट्रांसफार्मर है, ट्रांसफार्मर की जिहड़ी इक्वेशन है, ट्रांसफार्मर की जिहड़ी सैकेंडरी साइड जिहड़ी EMF है, EMF इक्वेशन जिन्हों असीं कहने हैं वो बराबर होंदी है 4.44 FN ते फ्लक्स। मीनस जिहड़ी ट्रांसफार्मर की जिहड़ी आउटपुट है, ट्रांसफार्मर की जिहड़ी आउटपुट है, जां तुसीं कह सकते हो ट्रांसफार्मर की जिहड़ी सैकेंडरी वोल्टेज है वो डिपेंड किहदे ते करदी है। इक्वेशन है ट्रांसफार्मर की 4.44 इंटू F की आ गया साढ़े कोल फ्रीकुएंसी, N की आ गया साढ़े कोल नंबर ऑफ टर्नस। नंबर ऑफ टर्न असी इनक्रीज़ और डिक्रीज़ करके जोड़ा वोल्टेज का लैवल जोड़ा वो वधा घटा सकते हैं। फ्रीकुएंसी नू असी इनक्रीज़ करके उसका जोड़ा साइज़ है वो असी रिड्यूस कर सकते हैं। और तीसरा नंबर आ जाता साढ़े कोल फ्लक्स। फ्लक्स नू असी इनक्रीज़ और डिक्रीज़ करके जोड़ा वोल्टेज का लैवल जोड़ा इनक्रीज़ डिक्रीज़ हो सकता है। और इस दे विच ये चीज़ का तुसीं ध्यान रखना है कि जो ट्रांसफार्मर है कि साढ़े कोल ट्रांसफार्मर है, अगर असी इत्थे वोल्टेज दिन्ने असी 10 वोल्ट तो
ਜਿਹੜੀ ਫ੍ਰੀਕੁਐਂਸੀ ਦਿੰਦੇ ਹਾਂ ਅਸੀਂ 50 ਹਰਟਸ। ਤੋ ਇਸ ਦੇ ਵਿੱਚ ਜਿਹੜੀ ਆਊਟਪੁੱਟ ਹੈ, ਆਊਟਪੁੱਟ ਆ ਜਾਂਦੀ ਸਾਡੇ ਕੋਲ 220 ਵੋਲਟ, ਅਤੇ ਜਿਹੜੀ ਫ੍ਰੀਕੁਐਂਸੀ ਹੈ, ਫ੍ਰੀਕੁਐਂਸੀ ਸਾਡੇ ਕੋਲ 50 ਹਰਟਸ ਹੀ ਹੈ, ਯਾਨੀ ਕਿ ਫ੍ਰੀਕੁਐਂਸੀ ਨੂੰ ਇਹਨ ਚੇਂਜ ਨਹੀਂ ਕਰਨਾ। ਔਰ ਸੇਮ ਹੀ ਇਸ ਤਰ੍ਹਾਂ ਕੁਐਸਚਨ ਤੁਸੀਂ ਦੇਖ ਸਕਦੇ ਹੋ ਕਿ ਅਗਰ ਸਾਡੇ ਕੋਲ ਟਰਾਂਸਫਾਰਮਰ ਦੇ ਵਿੱਚ ਪ੍ਰਾਇਮਰੀ ਸਾਈਡ ਜਦੋਂ ਅਸੀਂ ਵੋਲਟੇਜ ਜਿਹੜੀ ਹੈ ਉਹ 10 ਵੋਲਟ ਹੀ ਦੇ ਰਹੇ ਹਾਂ, ਲੇਕਿਨ ਇੱਥੇ ਅਸੀਂ ਫ੍ਰੀਕੁਐਂਸੀ ਜਿਹੜੀ ਹੈ ਉਹ ਦੇ ਰਹੇ ਹਾਂ 100 ਹਰਟਸ। ਇੱਥੇ ਜਿਹੜੀ ਆਊਟਪੁੱਟ ਜਿਹੜੀ ਤੁਹਾਡੇ ਕੋਲ ਸੈਕੰਡਰੀ ਸਾਈਡ ਜਿਹੜੀ ਵੋਲਟੇਜ ਹੈ ਉਹ ਸਾਡੇ ਕੋਲ ਆ ਜਾਏਗੀ 440, ਯਾਨੀ ਕਿ ਡਬਲ ਹੋ ਜਾਏਗੀ 440 ਵੋਲਟ, ਅਤੇ ਫ੍ਰੀਕੁਐਂਸੀ ਕਿੰਨੀ ਹੋਣੀ ਹੈ 100 ਹਰਟਸ, ਯਾਨੀ ਕਿ 100 ਹਰਟਸ। ਫ੍ਰੀਕੁਐਂਸੀ 100 ਹਰਟਸ ਹੀ ਹੋਏਗੀ। ਉਸ ਦੇ ਨਾਲ ਕੀ ਹੋ ਜਾਏਗਾ, ਵੋਲਟੇਜ ਲੈਵਲ ਜਿਹੜਾ ਉਹ ਵੱਧ ਜਾਏਗਾ। ਹੁਣ ਸਾਡੇ ਕੋਲ ਅਗਰ ਵੋਲਟੇਜ ਲੈਵਲ ਵੱਧ ਗਿਆ ਤਾਂ ਵੋਲਟੇਜ ਲੈਵਲ ਨੂੰ ਅਸੀਂ ਘਟਾ ਕਿੱਦਾਂ ਸਕਦੇ ਹਾਂ, ਵੋਲਟੇਜ ਲੈਵਲ ਨੂੰ ਅਸੀਂ ਘਟਾ ਸਕਦੇ ਹਾਂ ਨੰਬਰ ਆਫ ਟਰਨਸ ਦੇ ਨਾਲ। ਨੰਬਰ ਆਫ ਸੈਕੰਡਰੀ ਟਰਨ ਨੂੰ ਅਗਰ ਅਸੀਂ ਘਟਾਵਾਂਗੇ ਤਾਂ ਇਸ ਦਾ ਜਿਹੜਾ ਵੋਲਟੇਜ ਜਿਹੜੀ 440 ਵੋਲਟ ਹੈ ਉਹ ਅਸੀਂ ਘਟਾ ਸਕਦੇ ਹਾਂ। ਉਹ ਡਿਪੈਂਡ ਕਰਦਾ ਸਾਡੇ ਕੋਲ ਸੈਕੰਡਰੀ ਸਾਈਡ ਦੀ ਨੰਬਰ ਆਫ ਟਰਨ। ਔਰ ਜਦੋਂ ਅਸੀਂ ਨੰਬਰ ਆਫ ਟਰਨ ਸੈਕੰਡਰੀ ਸਾਈਡ ਦੇ ਵਿੱਚ ਘਟਾਵਾਂਗੇ ਤਾਂ ਉਸ ਦੇ ਵਿੱਚ ਕੀ ਹੋਣਾ, ਸਾਡੇ ਕੋਲ ਕਾਪਰ ਲਾਸ ਵੀ ਸਾਡਾ ਘਟ ਜਾਏਗਾ, ਔਰ ਸਾਡੇ ਕੋਲ ਨੰਬਰ ਆਫ ਟਰਨ ਘੱਟ ਹੋਣ ਦੇ ਕਾਰਨ ਇਹਦਾ ਜਿਹੜਾ ਸਾਈਜ਼ ਹੈ ਟਰਾਂਸਫਾਰਮਰ ਦਾ, ਉਹ ਟਰਾਂਸਫਾਰਮਰ ਦਾ ਸਾਈਜ਼ ਵੀ ਜਿਹੜਾ ਉਹ ਛੋਟਾ ਹੋ ਜਾਏਗਾ, ਅਤੇ ਇਸ ਕਰਕੇ ਇਸ ਦਾ ਜਿਹੜਾ ਆਨਸਰ ਹੈ ਉਹ ਆ ਜਾਏਗਾ ਸਾਡੇ ਕੋਲ ਜੀ ਆਪਸ਼ਨ ਸੀ ਆ ਜਾਏਗਾ। ਜਦੋਂ ਫ੍ਰੀਕੁਐਂਸੀ ਦਾ ਲੈਵਲ ਵੱਧ ਜਾਏਗਾ ਤਾਂ ਉਸ ਦੇ ਨਾਲ ਕੀ ਹੋ ਜਾਣਾ, ਸਾਡੇ ਕੋਲ ਜਿਹੜਾ ਉਸਦਾ ਸਾਈਜ਼ ਹੈ ਟਰਾਂਸਫਾਰਮਰ ਦਾ, ਉਹ ਸਾਈਜ਼ ਜਿਹੜਾ ਉਹ ਛੋਟਾ ਹੋ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਇੰਸਟਰੂਮੈਂਟ ਟਰਾਂਸਫਾਰਮਰ ਨੂੰ ਨਾਪਣ ਦੇ ਲਈ ਵਰਤਿਆ ਜਾਂਦਾ ਹੈ। ਵੋਲਟੇਜ, ਕਰੰਟ, ਵੋਲਟੇਜ ਅਤੇ ਕਰੰਟ ਅਤੇ ਪਾਵਰ। ਇੰਸਟਰੂਮੈਂਟ ਜਿਹੜੇ ਟਰਾਂਸਫਾਰਮਰ ਹੈ ਉਹਨੂੰ ਅਸੀਂ ਕਿਸ ਵੋਲਟੇਜ ਨੂੰ ਮਾਪਣ ਲਈ ਵਰਤਦੇ ਹਾਂ, ਕਰੰਟ ਨੂੰ ਮਾਪਣ ਲਈ, ਜਾਂ ਦੋਨਾਂ ਨੂੰ। ਤਾਂ ਇਸਦਾ ਜਿਹੜਾ ਰਾਈਟ ਆਨਸਰ ਹੈ ਉਹ ਆਪਸ਼ਨ ਆ ਜਾਂਦਾ ਸਾਡੇ ਕੋਲ ਜੀ ਸੀ ਆਪਸ਼ਨ ਆ ਜਾਂਦਾ। ਵੋਲਟੇਜ ਅਤੇ ਕਰੰਟ ਨੂੰ ਮਾਪਣ ਦੇ ਲਈ ਅਸੀਂ ਇੰਸਟਰੂਮੈਂਟ ਟਰਾਂਸਫਾਰਮਰ ਯੂਜ਼ ਕਰਨੇ ਆ, ਜਿਹਨੂੰ ਅਸੀਂ ਕਹਿੰਦੇ ਹਾਂ ਜੀ ਪੀਟੀ। ਪੀਟੀ ਹੁੰਦਾ ਸਾਡੇ ਕੋਲ ਪੋਟੈਂਸ਼ੀਅਲ ਟਰਾਂਸਫਾਰਮਰ, ਜਿਸ ਦੇ ਨਾਲ ਅਸੀਂ ਵੋਲਟੇਜ ਨੂੰ ਮਾਪਦੇ ਹਾਂ, ਔਰ ਇੱਕ ਹੁੰਦਾ ਸਾਡੇ ਕੋਲ ਸੀਟੀ, ਜਿਹਨੂੰ ਅਸੀਂ ਕਹਿੰਦੇ ਹਾਂ ਕਰੰਟ ਟਰਾਂਸਫਾਰਮਰ। ਇਸ ਦੀ ਹੈਲਪ ਦੇ ਨਾਲ ਅਸੀਂ ਕਰੰਟ ਦੀ ਮੇਜ਼ਰਮੈਂਟ ਕਰਦੇ ਹਾਂ। ਤਾਂ ਅਕੋਰਡਿੰਗ ਟੂ ਕੁਐਸਚਨ ਨੰਬਰ 13 ਇਸ ਦਾ ਆਨਸਰ ਆ ਜਾਏਗਾ ਆਪਸ਼ਨ ਸੀ। ਇਸ ਦਾ ਜਿਹੜਾ ਰਾਈਟ ਆਨਸਰ ਆ ਜਾਏਗਾ ਕਿ ਵੋਲਟੇਜ ਅਤੇ ਕਰੰਟ ਦੋਨੋਂ ਅਸੀਂ ਜਿਹੜੇ ਹੈ ਮੇਜ਼ਰ ਕਰ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਜੇ ਕਿਸੇ ਟਰਾਂਸਫਾਰਮਰ ਦੇ ਵਿੱਚ ਕਾਪਰ ਲਾਸ 500 ਵਾਟ ਹੋਵੇ ਤਾਂ ਅਧਿਕਤਮ ਸਮਰੱਥਾ ਦੇ ਲਈ ਆਇਰਨ ਲਾਸ ਕਿੰਨਾ ਹੋਏਗਾ। ਅਗਰ ਟਰਾਂਸਫਾਰਮਰ ਦੇ ਵਿੱਚ ਕਾਪਰ ਲਾਸ ਜਿਹੜੇ ਹੈ ਉਹ ਹੈਗੇ ਜੀ 500 ਵਾਟ, ਅਤੇ ਅਸੀਂ ਟਰਾਂਸਫਾਰਮਰ ਦੀ ਮੈਕਸੀਮਮ ਐਫੀਸ਼ੀਐਂਸੀ ਲੈਣੀ ਹੈ ਤਾਂ ਆਇਰਨ ਲਾਸ ਕਿੰਨੇ ਹੋਣਗੇ, ਅਤੇ ਆਇਰਨ ਲਾਸ ਕਿੰਨੇ ਹੋਣਗੇ ਜੀ, ਆਇਰਨ ਲਾਸ ਵੀ ਕਿੰਨੇ ਹੋਣਗੇ ਜੀ 500 ਵਾਟ। ਹੁਣੇ ਅਸੀਂ ਪਹਿਲਾ ਕੁਐਸਚਨ ਕੀਤਾ ਹੈ ਕਿ ਜਦੋਂ ਅਸੀਂ ਟਰਾਂਸਫਾਰਮਰ ਦੀ ਜਿਹੜੀ ਮੈਕਸੀਮਮ ਸਮਰੱਥਾ, ਉੱਚਤਮ ਸਮਰੱਥਾ ਯਾਨੀ ਕਿ ਮੈਕਸੀਮਮ ਐਫੀਸ਼ੀਐਂਸੀ ਦੱਸਣੀ ਹੈ ਤਾਂ ਉਸ ਕੇਸ ਦੇ ਵਿੱਚ ਆਇਰਨ ਲਾਸ ਅਤੇ ਕਾਪਰ ਲਾਸ ਜਿਹੜੇ ਹੈ ਬਰਾਬਰ ਹੁੰਦੇ ਆ, ਅਤੇ ਇਸ ਕਰਕੇ ਇਸ ਦੇ ਵਿੱਚ ਜਿਹੜਾ ਆਨਸਰ ਹੈ ਉਹ ਆਪਸ਼ਨ ਸੀ ਆ ਜਾਏਗਾ ਜੀ 500 ਵਾਟ। ਅਗਰ ਕਾਪਰ ਲਾਸ 500 ਵਾਟ ਹੈ ਤਾਂ ਸਾਡੇ ਕੋਲ ਆਇਰਨ ਲਾਸ ਵੀ ਕਿੰਨੇ ਹੋਣਗੇ 500 ਵਾਟ। ਇਸ ਦਾ ਰਾਈਟ ਆਨਸਰ ਆ ਗਿਆ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 15 ਹੈ ਕਿ ਟਰਾਂਸਫਾਰਮਰ ਦੇ ਵਿੱਚ ਕਿਸ ਵਾਈਂਡਿੰਗ ਵਿੱਚ ਟਰਨਾਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ। ਹੁਣੇ ਅਸੀਂ ਗੱਲ ਕੀਤੀ ਹੈ ਕਿ ਟਰਾਂਸਫਾਰਮਰ ਦੀਆਂ ਦੋ ਵਾਈਂਡਿੰਗ ਹੁੰਦੀਆਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇੱਕ ਪ੍ਰਾਇਮਰੀ ਵਾਈਂਡਿੰਗ ਹੁੰਦੀ ਹੈ ਔਰ ਇੱਕ ਜਿਹੜੀ ਹੈ ਉਹ ਸੈਕੰਡਰੀ ਵਾਈਂਡਿੰਗ ਹੁੰਦੀ ਹੈ। ਟਰਾਂਸਫਾਰਮਰ ਵਿੱਚ ਕਿਸ ਵਾਈਂਡਿੰਗ ਵਿੱਚ ਟਰਨਾਂ ਦੀ ਸੰਖਿਆ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ। ਕਹਿੰਦੇ ਕਿ ਹਾਈ ਵੋਲਟੇਜ ਵਾਈਂਡਿੰਗ, ਜਿੱਥੇ ਹਾਈ ਵੋਲਟੇਜ ਵਾਈਂਡਿੰਗ ਹੋਏਗੀ ਉੱਥੇ ਨੰਬਰ ਆਫ ਟਰਨ ਜ਼ਿਆਦਾ ਹੋਏਗੀ, ਜਾਂ ਲੋ ਵੋਲਟੇਜ ਵਾਈਂਡਿੰਗ ਹੈ ਉੱਥੇ ਨੰਬਰ ਆਫ ਟਰਨ ਜ਼ਿਆਦਾ ਹੋਏਗੀ, ਜਾਂ ਪ੍ਰਾਇਮਰੀ ਵਾਈਂਡਿੰਗ ਜਾਂ ਸੈਕੰਡਰੀ ਵਾਈਂਡਿੰਗ। ਅਤੇ ਜਿਹੜਾ ਇਸ ਦਾ ਆਨਸਰ ਹੈ ਉਹ ਆ ਜਾਣਾ ਜੀ ਆਪਸ਼ਨ ਏ ਇਸ ਦਾ ਰਾਈਟ ਆਨਸਰ ਆ ਜਾਣਾ ਹੈ ਕਿ ਜਿੱਥੇ
ਉੱਚ ਹਾਈ ਵੋਲਟੇਜ ਹੋਏਗੀ। ਜਿੱਥੇ ਸਾਡੇ ਕੋਲ ਹਾਈ ਵੋਲਟੇਜ ਹੋਏਗੀ ਉੱਥੇ ਸਾਡੇ ਕੋਲ ਨੰਬਰ ਆਫ ਟਰਨ ਜਿਹੜੀ ਹੈ ਉਹ ਇਨਕਰੀਜ਼ ਹੋਏਗੀ। ਉਹ ਜਿਹੜੀ ਨੰਬਰ ਆਫ ਟਰਨ ਹੈ ਇਨਕਰੀਜ਼ ਅਸੀਂ ਪ੍ਰਾਇਮਰੀ ਸਾਈਡ ਵੀ ਕਰ ਲੈਂਦੇ ਹਾਂ ਔਰ ਅਸੀਂ ਸੈਕੰਡਰੀ ਸਾਈਡ ਵੀ ਕਰ ਲੈਂਦੇ ਹਾਂ। ਇਹ ਡਿਪੈਂਡ ਕਰਦਾ ਹੈ ਅਕੋਰਡਿੰਗ ਟੂ ਆਵਰ ਰਿਕੁਆਇਰਮੈਂਟ ਕਿ ਸਾਨੂੰ ਸਾਡੀ ਜਿਹੜੀ ਰਿਕੁਆਇਰਮੈਂਟ ਹੈ ਉਹ ਕਿਸ ਤਰ੍ਹਾਂ ਦੀ ਹੈ। ਤੋ ਅਕੋਰਡਿੰਗ ਟੂ ਕੁਐਸਚਨ ਜਿਹੜਾ ਟਰਾਂਸਫਾਰਮਰ ਵਿੱਚ ਕਿਸ ਵਾਈਂਡਿੰਗ ਦੇ ਵਿੱਚ ਟਰਨਾਂ ਦੀ ਸੰਖਿਆ ਜਿਹੜੀ ਜ਼ਿਆਦਾ ਹੋਏਗੀ, ਜਿੱਥੇ ਹਾਈ ਵੋਲਟੇਜ ਵਾਈਂਡਿੰਗ ਹੋਏਗੀ ਉਹ ਪ੍ਰਾਇਮਰੀ ਸਾਈਡ ਵੀ ਹੋ ਸਕਦੀ ਹੈ ਅਤੇ ਸੈਕੰਡਰੀ ਸਾਈਡ ਵੀ ਹੋ ਸਕਦੀ ਹੈ। ਤਾਂ ਇਸ ਕਰਕੇ ਜਿਹੜਾ ਇਸ ਦਾ ਆਨਸਰ ਹੈ ਉਹ ਆਪਸ਼ਨ ਫਸਟ ਹਾਈ ਵੋਲਟੇਜ ਵਾਈਂਡਿੰਗ ਦੇ ਵਿੱਚ ਜਿਹੜੀ ਨੰਬਰ ਆਫ ਟਰਨ ਜਿਹੜੀਆਂ ਉਹ ਜ਼ਿਆਦਾ ਹੋਣਗੀਆਂ, ਇਹ ਇਸ ਦਾ ਰਾਈਟ ਆਨਸਰ ਹੈ। ਤੋ ਨੈਕਸਟ ਅਸੀਂ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਧੰਨਵਾਦ। ਜੈ ਹਿੰਦ।